परम सन्मानियो गुरु रूप गुरु खालसा साध संगत जी। वाहिगुरु जी का खालसा वाहिगुरु जी की फतेह। प्यारी साध संगत जी, कल मैं एक ਅੰਮ੍ਰਿਤਧਾਰੀ ਸਿੰਘ ਨੂੰ ਮਿਲਿਆ। ਗੱਲਾਂ ਵਿੱਚੋਂ ਗੱਲਾਂ ਚੱਲਦੀਆਂ ਗਈਆਂ ਤੇ ਗੱਲ ਦਸਮ ਗ੍ਰੰਥ ਤੱਕ ਪਹੁੰਚ ਗਈ। ਦਾਸ ਨੇ ਉਹਨਾਂ ਨੂੰ ਆਖਿਆ ਕਿ ਮਹਾਰਾਜ ਨੇ ਦਸਮ ਗ੍ਰੰਥ ਵਿੱਚ ਕਾਲਕੀ ਅਵਤਾਰ ਦਾ ਜ਼ਿਕਰ ਕੀਤਾ ਹੈ ਤੇ ਉਹ ਮਲੇਸ਼ ਖਾਲਸਾ ਤੇ ਪਾਪੀ ਬੰਦਿਆਂ ਦਾ ਅੰਤ ਕਰੇਗਾ। ਜਦੋਂ ਇਸ ਧਰਤੀ ਤੇ ਧਰਮ, ਪੁੰਨ, ਭਗਤੀ ਸਭ ਖਤਮ ਹੋ ਜਾਂਦੀ ਹੈ ਤਾਂ ਪਰਮਾਤਮਾ ਕਿਸੇ ਨਾ ਕਿਸੇ ਅਵਤਾਰ ਨੂੰ ਇਸ ਧਰਤੀ ਉੱਤੇ ਜ਼ੁਲਮਾਂ ਦਾ ਨਾਸ਼ ਕਰਨ ਲਈ ਭੇਜਦਾ ਹੈ। ਇਸੇ ਲਈ ਦਸਵੇਂ ਪਾਤਸ਼ਾਹ ਨੇ ਸ਼੍ਰੀ ਦਸਮ ਗ੍ਰੰਥ ਵਿੱਚ ਕਾਲਕੀ ਅਵਤਾਰ ਦਾ ਜ਼ਿਕਰ ਕੀਤਾ ਹੈ ਕਿ ਉਹੀ ਆ ਕੇ ਇਨਸਾਫ ਕਰੇਗਾ। ਉਹ ਸਿੰਘ ਦਸਮ ਗ੍ਰੰਥ ਦਾ ਨਾਮ ਸੁਣਦੇ ਸਾਰ ਹੀ ਕਹਿੰਦਾ, ਕੀ ਪਤਾ ਦਸਮ ਗ੍ਰੰਥ ਕਿਸ ਨੇ ਲਿਖਿਆ ਹੈ। ਸਾਨੂੰ ਤਾਂ ਇਹ ਪਤਾ ਹੈ ਕਿ ਦਸਵੇਂ ਪਾਤਸ਼ਾਹ ਨੇ ਸੱਚਖੰਡ ਜਾਣ ਸਮੇਂ ਸਾਰੇ ਸਿੱਖਾਂ ਨੂੰ ਕਿਹਾ ਸੀ ਕਿ ਸਭ ਸਿੱਖਾਂ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੋ ਅਸੀਂ ਤਾਂ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੱਥਾ ਟੇਕਦੇ ਹਾਂ, ਹੋਰ ਕਿਸੇ ਨੂੰ ਨਹੀਂ। ਮੈਂ ਉਸ ਨੂੰ ਕਿਹਾ, ਸਿੰਘ ਸਾਹਿਬ, ਤੁਸੀਂ ਤਾਂ ਅੰਮ੍ਰਿਤ ਵੀ ਛਕਿਆ ਹੈ। ਤੁਸੀਂ ਜਿਹੜੀ ਅਰਦਾਸ ਨਿਤਨੇਮ ਦੀਆਂ ਬਾਣੀਆਂ ਤੋਂ ਬਾਅਦ ਕਰਦੇ ਹੋ, ਉਹ ਕਿੱਥੋਂ ਆਈ ਹੈ? ਕੀ ਤੁਸੀਂ ਜਾਣਦੇ ਹੋ? ਉਹ ਕਹਿੰਦਾ ਕਿ ਸਾਨੂੰ ਪੰਜ ਪਿਆਰਿਆਂ ਨੇ ਸਿਰਫ ਇਹੀ ਦੱਸਿਆ ਹੈ ਕਿ ਪੰਜ ਬਾਣੀਆਂ ਪੜ੍ਹੋ ਤੇ ਅਰਦਾਸ ਕਰੋ ਤੇ ਹੋਰ ਕਿਸੇ ਵੀ ਗ੍ਰੰਥ ਨੂੰ ਨਹੀਂ ਮੰਨਣਾ। ਸੋ ਸਾਧ ਸੰਗਤ ਜੀ, ਦਾਸ ਨੇ ਉਸ ਨੂੰ ਦੱਸਿਆ ਕਿ ਜੋ ਅਰਦਾਸ ਤੁਸੀਂ ਹਰ ਰੋਜ਼ ਗੁਰੂ ਜੀ ਦੇ ਸਨਮੁਖ ਕਰਦੇ ਹੋ, ਉਸ ਵਿੱਚ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ ਘਰ ਨੌ ਨਿਦਾਵੈ ਧਾਏ, ਸਭ ਥਾਈਂ ਹੋਏ ਸਹਾਏ। ਇਸ ਦੀ ਪਹਿਲੀ ਪੌੜੀ ਸ਼੍ਰੀ ਦਸਮ ਗ੍ਰੰਥ ਵਿੱਚੋਂ ਹੀ ਲਈ ਗਈ ਹੈ, ਜੋ ਕਿ ਚੰਡੀ ਦੀ ਵਾਰ ਦੀ ਪਹਿਲੀ ਪੌੜੀ ਹੈ। ਫਿਰ ਮੈਂ ਉਸ ਨੂੰ ਕਿਹਾ ਕਿ ਜਿਹੜੀਆਂ ਪੰਜ ਬਾਣੀਆਂ ਦਾ ਪਾਠ ਤੁਸੀਂ ਨਿਤਨੇਮ ਵਿੱਚ ਹਰ ਰੋਜ਼ ਕਰਦੇ ਹੋ, ਉਸ ਵਿੱਚ ਤਿੰਨ ਬਾਣੀਆਂ ਦਸਵੇਂ ਪਾਤਸ਼ਾਹ ਨੇ ਸ਼੍ਰੀ ਦਸਮ ਗ੍ਰੰਥ ਵਿੱਚੋਂ ਹੀ ਲਈਆਂ ਹਨ। ਉਹ ਇਹ ਹਨ ਸ਼੍ਰੀ ਜਾਪ ਸਾਹਿਬ, ਸ਼੍ਰੀ ਚੌਪਈ ਸਾਹਿਬ ਤੇ ਸਵਈਏ। ਬਿਨਾਂ ਇਹਨਾਂ ਬਾਣੀਆਂ ਦੇ ਪੜ੍ਹੇ ਅੰਮ੍ਰਿਤ ਦਾ ਬਾਟਾ ਤਿਆਰ ਨਹੀਂ ਹੁੰਦਾ। ਉਹ ਇਹ ਸੁਣ ਕੇ ਹੈਰਾਨ ਵੀ ਹੋਇਆ ਤੇ ਕਹਿਣ ਲੱਗਾ, ਸਾਨੂੰ ਤਾਂ ਇਸ ਦਾ ਪਤਾ ਨਹੀਂ। ਸਾਨੂੰ ਤਾਂ ਕੇਵਲ ਇਹ ਪਤਾ ਹੈ ਕਿ ਦਸਮ ਗ੍ਰੰਥ ਨੂੰ ਨਹੀਂ ਮੰਨਣਾ। ਮੈਨੂੰ ਉਸ ਦੀ ਇਹ ਗੱਲ ਸੁਣ ਕੇ ਬੜਾ ਅਫਸੋਸ ਹੋਇਆ ਕਿ ਹਾਲੇ ਤੱਕ ਸਿੱਖਾਂ ਨੂੰ ਇਹ ਨਹੀਂ ਪਤਾ ਕਿ ਪੰਜ ਬਾਣੀਆਂ ਦਾ ਪਾਠ ਜੋ ਅਸੀਂ ਹਰ ਰੋਜ਼ ਨਿਤਨੇਮ ਵਿੱਚ ਕਰਦੇ ਹਾਂ, ਉਹਨਾਂ ਵਿੱਚੋਂ ਤਿੰਨ ਬਾਣੀਆਂ ਸ਼੍ਰੀ ਦਸਮ ਗ੍ਰੰਥ ਦੀਆਂ ਹਨ ਤੇ ਦੂਜੇ ਪਾਸੇ ਇਹ ਕਹਿ ਰਹੇ ਹਨ ਕਿ ਅਸੀਂ ਦਸਮ ਗ੍ਰੰਥ ਨੂੰ ਨਹੀਂ ਮੰਨਦੇ। ਸਾਧ ਸੰਗਤ ਜੀ, ਦਸਮ ਗ੍ਰੰਥ ਵਿੱਚ ਦਸਵੇਂ ਪਾਤਸ਼ਾਹ ਨੇ ਰਾਜਨੀਤੀ ਬਾਰੇ ਦੱਸਿਆ ਹੈ। ਇਹ ਸਿੱਖ ਵਿੱਚ ਸ਼ਕਤੀ ਭਰਨ ਵਾਲਾ ਗ੍ਰੰਥ ਹੈ। ਦਸਵੇਂ ਪਾਤਸ਼ਾਹ ਨੇ ਇਸ ਵਿੱਚ ਇਸਤਰੀਆਂ ਤੇ ਮਰਦਾਂ ਦੇ ਚਰਿੱਤਰ ਵੀ ਲਿਖੇ ਹਨ ਤਾਂ ਕਿ ਅਸੀਂ ਇਹਨਾਂ ਨੂੰ ਪੜ੍ਹ ਕੇ ਕਦੇ ਵੀ ਅਸੀਂ ਕਿਸੇ ਔਰਤ ਜਾਂ ਮਰਦ ਦੇ ਜਾਲ ਵਿੱਚ ਨਾ ਫਸ ਸਕੀਏ। ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਹਨ। ਜੇ ਅਸੀਂ ਇਸ ਨੂੰ ਨੈਗੇਟਿਵ ਵੱਲ ਲੈ ਕੇ ਜਾਵਾਂਗੇ ਤਾਂ ਪੁੱਠਾ ਸੋਚ ਕੇ ਆਪਣਾ ਨੁਕਸਾਨ ਕਰਾਂਗੇ, ਤੇ ਜੇ ਪੋਜ਼ਿਟਿਵ ਸੋਚਾਂਗੇ ਤਾਂ ਇਸ ਵਿੱਚ ਸਾਡਾ ਕਲਿਆਣ ਹੋਵੇਗਾ। ਜਦੋਂ 70% ਤੋਂ ਵੱਧ ਸਿੱਖਾਂ ਨੂੰ ਇਹੀ ਨਹੀਂ ਪਤਾ ਕਿ ਚੌਪਈ ਸਾਹਿਬ ਤੇ ਸਵਈਆਂ ਦਾ ਪਾਠ ਕਿੱਥੇ ਲਿਖਿਆ ਹੈ ਤੇ ਸਾਡੀ ਅਰਦਾਸ ਵਿੱਚ ਵਰਤੇ ਗਏ ਸ਼ਬਦ ਕਿੱਥੋਂ ਆਏ ਹਨ, ਤਾਂ ਫਿਰ ਤੁਸੀਂ ਦੂਸਰੇ ਧਰਮਾਂ ਦੇ ਲੋਕਾਂ ਤੋਂ ਕੀ ਆਸ ਰੱਖੋਗੇ? ਅਸੀਂ ਤਾਂ ਦੂਸਰੇ ਧਰਮ ਦੇ ਲੋਕਾਂ ਨੂੰ ਸਿੱਖੀ ਦਾ ਪ੍ਰਚਾਰ ਕਰਨਾ ਸੀ, ਪਰ ਅਸੀਂ ਤਾਂ ਆਪਣੇ ਬੱਚਿਆਂ ਨੂੰ ਹੀ ਦੱਸਣ ਤੋਂ ਅਸਫਲ ਰਹਿ ਗਏ ਹਾਂ। ਸੋ ਸਾਧ ਸੰਗਤ ਜੀ, ਕਿਸੇ ਦੀਆਂ ਗੱਲਾਂ ਵਿੱਚ ਆਉਣ ਤੋਂ ਪਹਿਲਾਂ ਆਪ ਵਿਚਾਰ ਕਰ ਲੈਣੀ ਚਾਹੀਦੀ ਹੈ। ਸਾਨੂੰ ਆਪਣੇ ਬਿਜ਼ੀ ਸ਼ਡਿਊਲ ਤੋਂ ਥੋੜ੍ਹਾ ਜਿਹਾ ਟਾਈਮ ਕੱਢਣਾ ਚਾਹੀਦਾ ਹੈ ਤੇ ਇਸ ਗੱਲ ਨੂੰ ਬਰੀਕੀ ਨਾਲ ਵਿਚਾਰਨਾ ਹੋਵੇਗਾ ਕਿ ਸ਼੍ਰੀ ਦਸਮ ਗ੍ਰੰਥ ਦਸਵੇਂ ਪਾਤਸ਼ਾਹ ਨੇ ਸਾਡੀ ਭਲਾਈ ਵਾਸਤੇ ਹੀ ਲਿਖਿਆ ਸੀ, ਨਾ ਕਿ ਸਾਡੇ ਨੁਕਸਾਨ ਵਾਸਤੇ। ਹੋਰ ਦੂਸਰੀ ਗੱਲ ਇਹ ਹੈ ਕਿ ਪੁਰਾਣੇ ਮਹਾਂਪੁਰਸ਼ਾਂ ਨੇ ਅੱਜ ਤੱਕ ਸ਼੍ਰੀ ਦਸਮ ਗ੍ਰੰਥ ਦੀ ਨਿੰਦਿਆ ਨਹੀਂ ਕੀਤੀ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਭਾਈ ਮਣੀ ਸਿੰਘ ਜੀ,
ਸੰਤ ਬਾਬਾ ਅਤਰ ਸਿੰਘ ਜੀ ਮਸਤੂਆਣੇ ਸਾਹਿਬ ਵਾਲੇ, ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਬਾਬਾ ਆਨੰਦ ਸਿੰਘ ਜੀ ਨਾਨਕਸਰ ਵਾਲੇ, ਗਿਆਨੀ ਸੰਤ ਸਿੰਘ ਮਸਕੀਨ ਜੀ, ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਅਖੰਡ ਕੀਰਤਨੀ ਜਥੇ ਵਾਲੇ, ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ, ਸੰਤ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਤੇ ਹੋਰ ਅਨੇਕਾਂ ਮਹਾਂਪੁਰਸ਼ਾਂ ਨੇ ਸ਼੍ਰੀ ਦਸਮ ਗ੍ਰੰਥ ਦਾ ਪ੍ਰਚਾਰ ਕੀਤਾ ਹੈ। ਸ਼੍ਰੀ ਹਜੂਰ ਸਾਹਿਬ ਦਸਮ ਗ੍ਰੰਥ ਦਾ ਪ੍ਰਕਾਸ਼ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਕੀਤਾ ਜਾਂਦਾ ਹੈ। ਜੇ ਅਸੀਂ ਦਸਮ ਗ੍ਰੰਥ ਤੋਂ ਟੁੱਟ ਗਏ ਤਾਂ ਅਸੀਂ ਖਤਮ ਹੋ ਜਾਵਾਂਗੇ। ਅਸੀਂ ਖਤਮ ਹੋ ਰਹੇ ਹਾਂ, ਇਸ ਲਈ ਕਮਲੇ ਨਾ ਬਣੋ, ਆਪਣਾ ਵਿਰਸਾ ਸੰਭਾਲੋ। ਐਵੇਂ ਨਿੰਦਕਾਂ ਦੇ ਬਹਿਕਾਵੇ ਵਿੱਚ ਆ ਕੇ ਪਾਪਾਂ ਦੇ ਭਾਗੀ ਨਾ ਬਣੋ। ਜਿਹੜਾ ਦਸਵੇਂ ਪਾਤਸ਼ਾਹ ਨੂੰ ਪਿਆਰ ਕਰਦਾ ਹੈ ਉਹ ਸ਼੍ਰੀ ਦਸਮ ਗ੍ਰੰਥ ਨੂੰ ਵੀ ਪਿਆਰ ਕਰਦਾ ਹੈ। ਸੋ ਸਾਧ ਸੰਗਤ ਜੀ, ਆਓ ਸ਼੍ਰੀ ਦਸਮ ਗ੍ਰੰਥ ਦਾ ਸਤਿਕਾਰ ਕਰੀਏ ਤੇ ਦਸਵੇਂ ਪਾਤਸ਼ਾਹ ਦੁਆਰਾ ਰਚਿਤ ਇਸ ਵਿੱਚ ਲਿਖੀ ਹੋਈ ਬਾਣੀ ਨੂੰ ਪੜ੍ਹ ਕੇ ਆਪਣੇ ਪਾਪਾਂ ਨੂੰ ਕੱਟੀਏ ਤੇ ਆਪਣਾ ਜਨਮ ਮਰਨ ਸਫਲ ਕਰੀਏ। ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ, ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਸਾਧ ਸੰਗਤ ਜੀ, ਇਹ ਖਿਆਲ ਪਾਤਸ਼ਾਹੀ ਦਸਵੀਂ, ਇਹ ਵੀ ਦਸਮ ਗ੍ਰੰਥ ਵਿੱਚ ਦਸਵੇਂ ਪਾਤਸ਼ਾਹ ਨੇ ਅੰਕਿਤ ਕੀਤਾ ਹੈ, ਜਿਹੜਾ ਕਿ ਅਸੀਂ ਨਿਤ ਦਰਬਾਰ ਸਾਹਿਬ ਤੋਂ ਤੇ ਕੀਰਤਨ ਦਰਬਾਰਾਂ ਵਿੱਚ ਸਰਵਣ ਕਰੀਦਾ ਹੈ। ਸਾਧ ਸੰਗਤ ਜੀ, ਜਿਨ੍ਹਾਂ ਸਾਡੇ ਸ਼ਹੀਦਾਂ ਵੱਡੇ ਵਡੇਰਿਆਂ ਨੇ ਆਪਣਾ ਬੰਦ ਕਟਵਾਇਆ, ਉਹ ਸ਼੍ਰੀ ਦਸਮ ਗ੍ਰੰਥ ਦਾ ਪਾਠ ਕਰਕੇ ਹੀ ਇਸ ਅਵਸਥਾ ਤੱਕ ਪਹੁੰਚੇ ਹਨ। ਆਪਾਂ 2-4 ਕਿਤਾਬਾਂ ਪੜ੍ਹ ਕੇ ਪ੍ਰਚਾਰ ਕਰਨ ਵਾਲਿਆਂ ਦੀ ਗੱਲ ਨਹੀਂ ਮੰਨਣੀ ਤੇ ਜੋ ਸਾਡੇ ਵੱਡੇ ਵਡੇਰੇ ਅਤੇ ਮਹਾਂਪੁਰਖ ਸ਼ਹੀਦ ਸਿੰਘ ਸਾਨੂੰ ਰਾਹੇ ਪਾ ਕੇ ਗਏ ਹਨ, ਉਹਨਾਂ ਰਾਹਾਂ ਤੇ ਹੀ ਚੱਲ ਕੇ ਆਪਣਾ ਜੀਵਨ ਸਫਲ ਕਰਨਾ ਹੈ। ਸਾਧ ਸੰਗਤ ਜੀ, ਸ਼ਸਤਰਨਾਮ ਮਾਲਾ ਤੇ ਜ਼ਫਰਨਾਮਾ ਵੀ ਸ਼੍ਰੀ ਦਸਮ ਗ੍ਰੰਥ ਵਿੱਚ ਅੰਕਿਤ ਹੈ। ਦਸਵੇਂ ਪਾਤਸ਼ਾਹ ਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹੋਏ ਸ਼੍ਰੀ ਦਸਮ ਗ੍ਰੰਥ ਨੂੰ 1428 ਅੰਗ ਤੇ ਸੰਕੋਚ ਦਿੱਤਾ, ਕਿਉਂਕਿ 1430 ਅੰਗ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਨ। ਇਸ ਲਈ 2 ਅੰਗ ਜਾਣ ਬੁੱਝ ਕੇ ਸ਼੍ਰੀ ਦਸਮ ਗ੍ਰੰਥ ਦੇ ਘੱਟ ਰੱਖੇ ਹਨ ਤੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਮਹਾਰਾਜ ਨੇ ਸਤਿਕਾਰ ਕੀਤਾ ਹੈ। ਜਿਹੜੀਆਂ ਬਾਣੀਆਂ ਬਚ ਗਈਆਂ ਸਨ, ਜਿਵੇਂ ਕਿ ਉਗਰਦੰਤੀ ਤੇ ਬ੍ਰਹਮ ਕਵਚ, ਉਹ ਹੋਰ ਗ੍ਰੰਥਾਂ ਵਿੱਚ ਲਿਖ ਦਿੱਤੀਆਂ ਸਨ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਜੀ। ਦਾਸ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।